ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਹਮ ਆਦਮੀ ਹੈ ਇੱਕ ਦਮੀ, ਕਿ ਇੱਕ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਉਹ ਕੇਵਲ ਤੇ ਕੇਵਲ ਇੱਕ ਦਮ ਹੈ। ਅਗਰ ਦਮ ਆ ਗਿਆ ਤਾਂ ਫਿਰ ਜ਼ਿੰਦਗੀ ਹੈ, ਅਗਰ ਦਮ ਨਾ ਆਇਆ ਤਾਂ ਫਿਰ ਮੌਤ ਹੈ। ਇਸ ਨੂੰ ਤਾਂ ਸਾਰਾ ਸੰਸਾਰ ਜਾਣਦਾ ਹੈਗਾ, ਪਰ ਗੱਲ ਇਹ ਹੈ ਕਿ ਅਸੀਂ ਇਹਨਾਂ ਦਮਾਂ ਦੀ ਕਦਰ ਨਹੀਂ ਕਰਦੇ। ਅਗਰ ਸਾਨੂੰ ਇਹਨਾਂ ਦਮਾਂ ਦੀ, ਇਹਨਾਂ ਸਵਾਸਾਂ ਦੀ ਕਦਰ ਹੋਵੇ ਤਾਂ ਫਿਰ ਭਾਈ ਅਸੀਂ ਆਪਣੇ ਜੀਵਨ ਮਨੋਰਥ ਦੀ ਪੂਰਤੀ ਦੇ ਵਾਸਤੇ ਵਾਹਿਗੁਰੂ ਦੇ ਨਾਲ ਜੁੜ ਸਕਦੇ ਹਾਂ। ਕਿਉਂਕਿ ਦਮ ਆਉਂਦੇ ਜਾਂਦੇ ਆ। ਸਾਡੇ ਮਨ ਦੇ ਵਿੱਚ ਇਹ ਭੁਲੇਖਾ ਪੈ ਗਿਆ ਕਿ ਹਾਂ ਫਲਾਣੇ ਆਦਮੀ ਨੇ ਮਰਨਾ ਹੈ, ਕਿਉਂ ਉਹ ਬੁੱਢਾ ਹੋ ਗਿਆ ਹੈ, ਉਹਦਾ ਜੀਵਨ ਸਮਾਪਤੀ ਦੇ ਨਜ਼ਦੀਕ ਹੈ, ਉਹ ਫਲਾਣਾ ਆਦਮੀ ਬਿਮਾਰ ਹੋ ਗਿਆ, ਮਰਨ ਦੇ ਕੰਢੇ ਹੈ। ਇਹ ਮੌਤ ਉਹਨਾਂ ਵਾਸਤੇ, ਸਾਡੇ ਵਾਸਤੇ ਨਹੀਂ। ਸਾਡੇ ਵਾਸਤੇ ਤਾਂ ਸੰਸਾਰ ਦੀਆਂ ਖੁਸ਼ੀਆਂ ਹਨ। ਸਾਨੂੰ ਮਾਇਆ ਦੇ ਇਸ ਤਰ੍ਹਾਂ ਟਪਲੇ ਲੱਗਦੇ ਰਹਿੰਦੇ ਆ, ਅਤੇ ਕਈ ਆਦਮੀਆਂ ਦੀ ਜਿਹੜੀ ਸਾਰੀ ਜ਼ਿੰਦਗੀ ਹੈਗੀ ਆ ਉਹ ਮਾਇਆ ਦੀਆਂ ਰੰਗ ਰਲੀਆਂ ਦੇ ਵਿੱਚ ਨਿਕਲ ਜਾਂਦੀ ਆ। ਦੁਨੀਆ ਦੇ ਰੰਗ ਤਮਾਸ਼ੇ ਦੇਖੀ ਜਾਣੇ, ਆਪਣੇ ਸਵਾਸਾਂ ਵੱਲ ਕਦੀ ਖਿਆਲ ਤੱਕ ਨਹੀਂ ਆਉਣਾ ਕਿ ਇਹ ਜਿਹੜੇ ਮੇਰੇ ਸਵਾਸ ਖਰਚ ਹੋ ਰਹੇ ਦੁਬਾਰਾ ਮੈਨੂੰ ਮਿਲਣੇ ਨਹੀਂ। ਪਰ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਨੂੰ ਇਸ ਸਵਾਸਾਂ ਦਾ ਗਿਆਨ ਹੁੰਦਾ ਹੈ, ਇਸੇ ਕਰਕੇ ਉਹ ਸੰਸਾਰ ਦੇ ਵਿੱਚ ਖਚਤ ਨਹੀਂ ਹੁੰਦੇ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਕਬੀਰ ਜੈ ਜੈ ਹੋਂ ਫਿਰਿਓ ਕੌਤਕ ਠਾਹੋ ਠਾਹੇ, ਇਕਰਾਮ ਸਨੇਹੀ ਵਾਹਰਾ ਉਜੜ ਮੇਰੇ ਪਾਏ। ਲੇਕਿਨ ਇਹ ਪੰਕਤੀ ਉਹਨਾਂ ਦੇ ਘਟਦੀ ਹੈ ਜਿਨ੍ਹਾਂ ਨੂੰ ਸਵਾਸਾਂ ਦੇ ਘਟਣ ਦਾ ਗਿਆਨ ਹੈ। ਉਹਨਾਂ ਨੂੰ ਪਤਾ ਹੈਗਾ ਜਿਹੜੇ ਸਵਾਸ ਵਾ ਇਹ ਮਾਣਕ ਮੋਤੀਆਂ ਤੋਂ ਵੀ ਅਨਮੋਲ ਹੈਗੇ ਆ। ਕਿਉਂ? ਵਾਹਿਗੁਰੂ ਨੇ ਸਵਾਸਾਂ ਨੂੰ ਗਿਣਤੀ 'ਤੇ ਦਿੱਤੇ ਆ। ਇਸ ਕਰਕੇ ਜਦ ਵੀ ਕਿਤੇ ਫੁਰਸਤ ਮਿਲੇ ਉਸੇ ਟਾਈਮ ਇਹਨਾਂ ਸਵਾਸਾਂ ਨੂੰ ਸਾਨੂੰ ਸਫਲ ਕਰਨਾ ਚਾਹੀਦਾ ਹੈ। ਪਰ ਇਹਦੇ ਵਿੱਚ ਕੋਈ ਨਾ ਕੋਈ ਬਿਰਲਾ ਹੀ ਗੁਰਮੁਖ ਉਤਰਦਾ ਹੈ। ਆਮ ਕਰਕੇ ਸੰਸਾਰੀ ਲੋਕ ਸਾਰੀ ਉਮਰ ਹੀ ਇਹਨਾਂ ਸਵਾਸਾਂ ਨੂੰ ਭੰਗ ਦੇ ਪਹਾੜੇ ਗਵਾ ਦਿੰਦੇ ਆ, ਇਹਨਾਂ ਸਵਾਸਾਂ ਦੀ ਕੋਈ ਕਦਰ ਨਹੀਂ ਕਰਦੇ। ਪਰ ਹਾਂ, ਜਦੋਂ ਉਹ ਸੰਸਾਰ ਤੋਂ ਛੁੱਟਦੇ ਆ, ਜੀਵਨ ਉਹਨਾਂ ਦਾ ਚਲਾ ਜਾਂਦਾ ਹੈਗਾ, ਫਿਰ ਉਹ ਮੱਥੇ 'ਤੇ ਹੱਥ ਮਾਰ ਕੇ ਰੋਂਦੇ ਆ ਕਿ ਹਾਂ ਅਗਰ ਮੈਂ ਇਹਨਾਂ ਸਵਾਸਾਂ ਦੀ ਸਮੇਂ ਸਿਰ ਸੰਭਾਲ ਕਰ ਲੈਂਦਾ ਤਾਂ ਅੱਜ ਮੈਨੂੰ ਜਮ ਲੋਕ ਦੇ ਵਿੱਚ ਧੱਕੇ ਨਾ ਖਾਣੇ ਪੈਂਦੇ, ਮੁੜ ਕੇ ਮੈਨੂੰ 84 ਦੇ ਚੱਕਰਾਂ ਵਿੱਚ ਨਾ ਤੁਰਨਾ ਪੈਂਦਾ। ਇਸ ਕਰਕੇ ਭਾਈ ਅਸੀਂ ਇਹਨਾਂ ਸਵਾਸਾਂ ਦੀ ਕਦਰ ਕਰੀਏ ਅਤੇ ਜਦ ਵੀ ਸਮਾਂ ਮਿਲੇ ਇਹਨਾਂ ਸਵਾਸਾਂ ਨੂੰ ਗੁਰਬਾਣੀ ਦੇ ਨਾਲ ਸਫਲ ਕਰੀਏ। ਵੈਸੇ ਅਸੀਂ ਬਹੁਤ ਸਾਰੇ ਆਦਮੀ ਦੇਖਦੇ ਹਾਂ ਜਿਨ੍ਹਾਂ ਦਾ ਇੱਕ ਜ਼ਿੰਦਗੀ ਦਾ ਟੀਚਾ ਹੁੰਦਾ ਹੈਗਾ, ਲੇਕਿਨ ਉਸ ਟੀਚੇ ਦੇ ਵਿੱਚ ਵੀ ਉਹ ਆਪਣੇ ਸੰਸਾਰੀ ਕਰਤੱਵਾਂ ਨੂੰ ਪੂਰੇ ਕਰਦੇ ਹੋਏ ਵੀ ਆਪਣੇ ਸਵਾਸਾਂ ਦੀ ਸੰਭਾਲ ਕਰਦੇ ਆ। ਜਿਵੇਂ ਇੱਕ ਵਿਅਕਤੀ ਜੋ ਕਿਸੇ ਸਕੂਲ ਦੇ ਵਿੱਚ ਚੰਗੇ ਅੱਛੇ ਅਧਿਆਪਕ ਸੀਗੇ ਅਤੇ ਬੱਚਿਆਂ ਨੂੰ ਬੜੀ ਇਮਾਨਦਾਰੀ ਨਾਲ ਪੜ੍ਹਾਉਂਦੇ ਸੀਗੇ। ਉਹਨਾਂ ਨੇ ਆਪਣਾ ਜਿਹੜਾ ਜੀਵਨ ਕਾਲ ਵਾ ਨਾ ਉਹ ਖਾਸ ਕਰਕੇ ਸੰਸਾਰੀ ਕਾਰਜਾਂ ਦੇ ਵਿੱਚ ਇਸ ਤਰ੍ਹਾਂ ਆਪਣੀ ਡਿਊਟੀ ਕਰਦੇ ਹੋਏ ਨਿਭਾਇਆ ਸੀਗਾ ਕਿ ਸਰਕਾਰ ਉਹਨਾਂ ਨੂੰ ਤਨਖਾਹ ਦਿੰਦੀ ਹੈ। ਇਸ ਕਰਕੇ ਉਹਨਾਂ ਨੇ ਆਪਣਾ ਜੀਵਨ ਪੂਰੀ ਇਮਾਨਦਾਰੀ ਦੇ ਨਾਲ ਔਰ ਬਹੁਤ ਹੀ ਸੁਚੱਜੇਮਈ ਢੰਗ ਦੇ ਨਾਲ ਆਪਣੇ ਜੀਵਨ ਨੂੰ ਬੱਚਿਆਂ ਦੀ ਜ਼ਿੰਦਗੀ ਬਣਾਉਣ ਵਾਸਤੇ ਐਜ ਏ ਟੀਚਰ ਨੌਕਰੀ ਦੇ ਵਿੱਚ ਖਰਚ ਕਰ ਦਿੱਤਾ ਸੀ। ਪਰ ਜਦ ਆਖਰੀ ਸਮਾਂ ਆਇਆ ਜਦੋਂ ਉਹਨਾਂ ਨੂੰ ਰਿਟਾਇਰਮੈਂਟ ਮਿਲੀ, ਉਸ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਸੱਜਣਾਂ ਨੇ ਆਪਣੇ ਪਰਿਵਾਰ ਨੂੰ ਬੁਲਾਇਆ ਕੋਲ। ਜਦ ਪਰਿਵਾਰ ਬੁਲਾਇਆ ਤਾਂ ਉਹਨਾਂ ਨੂੰ ਇਹ ਕਹਿਤਾ ਕਿ ਮੈਨੂੰ ਅੱਜ ਰਿਟਾਇਰਮੈਂਟ ਮਿਲ ਗਈ ਆ, ਇਸ ਕਰਕੇ ਅੱਜ ਅਸੀਂ ਸ਼ਾਮ ਨੂੰ ਇੱਕ ਵੱਡਾ ਭੰਡਾਰਾ ਕਰਨਾ ਹੈ। ਕੱਲ੍ਹ ਜਿੰਨੇ ਵੀ ਸਾਧੂ ਮਹਾਤਮਾ ਸੰਗਤ ਵਾ ਉਹਨਾਂ ਨੂੰ ਲੰਗਰ ਪਾਣੀ ਛਕਾਉਣਾ। ਚਲੋ ਉਹਨਾਂ ਦੇ ਪਰਿਵਾਰ ਨੇ ਇਹਦੇ ਵਿੱਚ ਬੜੀ ਖੁਸ਼ੀ ਮਹਿਸੂਸ ਕੀਤੀ ਵੀ ਠੀਕ ਆ, ਸਾਡੇ ਪਿਤਾ ਜੀ ਉਹ ਰਿਟਾਇਰ ਹੋ ਕੇ ਆਏ ਆ ਅਤੇ ਇਸ ਖੁਸ਼ੀ ਦੇ ਵਿੱਚ ਕੋਈ ਨਾ ਕੋਈ ਸਾਨੂੰ ਦਾਨ ਪੁੰਨ ਕਰਨਾ ਚਾਹੀਦਾ ਹੈਗਾ। ਖੈਰ ਨਿਯਤ ਸਮੇਂ ਦੇ ਉੱਤੇ ਬੜਾ ਭਲਾ ਉਹਨਾਂ ਨੇ ਭੰਡਾਰਾ ਕੀਤਾ, ਲੰਗਰ ਲਾਇਆ ਕਿ ਸਾਧੂ ਮਹਾਤਮਾ ਬੁਲਾਏ, ਸਾਰੇ ਲੰਗਰ ਛਕ ਕੇ ਤ੍ਰਿਪਤ ਹੋ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਜਦ ਇਸ ਭੰਡਾਰੇ ਦੀ ਸਮਾਪਤੀ ਹੋਈ, ਭੰਡਾਰੇ ਦੀ ਸਮਾਪਤੀ ਤੋਂ ਬਾਅਦ ਸੱਜਣ ਜਿਹੜੇ ਟੀਚਰ ਸੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਕੋਲ ਬੁਲਾਇਆ ਅਤੇ ਕੋਲ ਬੁਲਾ ਕੇ ਕਹਿਣ ਲੱਗੇ, ਕਹਿੰਦੇ ਦੇਖੋ ਮੈਂ ਸਾਰੀ ਉਮਰ ਆਪ ਦੇ ਵਾਸਤੇ ਨੌਕਰੀ ਕੀਤੀ ਆ ਅਤੇ ਖੂਬ ਪੈਸਾ ਕਮਾਇਆ ਹੈਗਾ ਅਤੇ ਸਾਰੇ ਪਰਿਵਾਰ ਦੇ ਜਿੰਨੀਆਂ ਵੀ ਜ਼ਿੰਮੇਵਾਰੀਆਂ ਹੈਗੀਆਂ ਉਹਨੂੰ ਬੇਖੂਬੀ ਢੰਗ ਨਾਲ ਨਿਭਾਇਆ ਹੈਗਾ। ਪਰ ਹੁਣ ਮੈਂ ਰਿਟਾਇਰ ਹੋ ਗਿਆ ਹੈਗਾ। ਇਸ ਰਿਟਾਇਰਮੈਂਟ ਦੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹੈਗਾ ਕਿ ਅੱਜ ਤੋਂ ਬਾਅਦ ਮੈਂ ਤੁਹਾਡੇ ਕਿਸੇ ਵੀ ਘਰ ਦੇ ਕੰਮਾਂ ਦੇ ਵਿੱਚ ਦਖਲ ਨਹੀਂ ਦੇਣਾ। ਕਿਉਂਕਿ ਮੈਂ ਹੁਣ ਕੇਵਲ ਤਾਂ ਕੇਵਲ ਵਾਹਿਗੁਰੂ ਦਾ ਨਾਮ ਜਪਣਾ ਹੈਗਾ। ਹੁਣ ਮੈਨੂੰ ਕਿਸੇ ਨੇ ਬੁਲਾਉਣਾ ਨਹੀਂ ਆ। ਇਸ ਕਰਕੇ ਮੈਂ ਸਾਰੇ ਪਰਿਵਾਰ ਨੂੰ ਇਹ ਕਹਿੰਦਾ ਹੈਗਾ ਕਿ ਮੈਂ ਕਿਸੇ ਇਕਾਂਤ ਜਗ੍ਹਾ 'ਤੇ ਜਾ ਕੇ ਭਜਨ ਸਿਮਰਨ ਕਰਨਾ ਹੈਗਾ, ਕਿਉਂਕਿ ਜਿੰਨੀ ਵੀ ਮੈਂ ਜ਼ਿੰਮੇਵਾਰੀ ਨਿਭਾਈ ਆ ਉਹ ਆਪਣੇ ਪੂਰੀ ਜ਼ਿੰਮੇਵਾਰੀ ਉਹ ਇਮਾਨਦਾਰੀ ਨਾਲ ਨਿਭਾਈ ਆ। ਪਰਿਵਾਰ ਨੂੰ ਪਾਲਿਆ, ਜੋ ਵੀ ਕਿਸੇ ਦਾ ਬਣਦਾ ਸਰਦਾ ਸੀਗਾ ਸਭ ਨੂੰ ਆਪਣੇ ਵਿੱਚੋਂ ਬਾਹਰਾ ਦੇਣ ਦੀ ਕੋਸ਼ਿਸ਼ ਕੀਤੀ ਆ। ਪਰ ਹੁਣ ਮੈਂ ਕੇਵਲ ਤੇ ਕੇਵਲ ਨਾਮ ਹੀ ਜਪਣਾ ਹੈਗਾ। ਜਦ ਇਹ ਉਹਨਾਂ ਨੇ ਫੈਸਲਾ ਆਪਣੇ ਪਰਿਵਾਰ ਨੂੰ ਸੁਣਾਇਆ ਸੀਗਾ
ਪਹਿਲਾਂ ਪਰਿਵਾਰ ਨੇ ਬੜਾ ਇਸ ਚੀਜ਼ ਦਾ ਬੁਰਾ ਮਨਾਇਆ ਕਿ ਬਾਪੂ ਸਾਡੇ ਰਿਟਾਇਰ ਹੋਏ ਆ, ਹੁਣ ਇਹਨਾਂ ਦਾ ਆਰਾਮ ਕਰਨ ਦਾ ਦਿਨ ਹੈ, ਨਾ ਕਿ ਜੰਗਲ ਬੇਲਿਆਂ ਬੂਟਿਆਂ 'ਚ ਫਿਰਨ ਦਾ ਦਿਨ ਹੈ। ਫਿਰ ਪਰਿਵਾਰ ਨੇ ਉਹਨਾਂ ਨੂੰ ਇਹ ਆਖਿਆ ਕਿ ਠੀਕ ਆ, ਅਗਰ ਤੁਸੀਂ ਬੰਦਗੀ ਕਰਨੀ ਹੈ ਤਾਂ ਘਰ ਦੇ ਵਿੱਚ ਰਹਿ ਕੇ ਕਰੋ, ਅਤੇ ਅਸੀਂ ਤੁਹਾਨੂੰ ਆਪਣੇ ਦੁਨਿਆਵੀ ਕੰਮਾਂ ਵਾਸਤੇ ਕਦੀ ਕੋਈ ਗੱਲਬਾਤ ਨਹੀਂ ਕਹਾਂਗੇ, ਤੁਹਾਨੂੰ ਇੱਕ ਕਮਰਾ ਦੇ ਦਿੰਦੇ, ਤੁਸੀਂ ਘਰ ਵਿੱਚ ਰਹਿ ਕੇ ਹੀ ਬਿਲਕੁਲ ਨਿਰਲੇਪ ਹੋ ਕੇ ਭਜਨ ਸਿਮਰਨ ਸਾਧਨਾ ਕਰ ਸਕਦੇ ਆ। ਜਦ ਪਰਿਵਾਰ ਨੇ ਉਹਨਾਂ ਅੱਗੇ ਬੇਨਤੀ ਕੀਤੀ ਸੀ, ਫਿਰ ਉਹ ਕਹਿਣ ਲੱਗੇ ਚਲੋ ਠੀਕ ਆ, ਮੈਂ ਘਰ ਪਰਿਵਾਰ 'ਚ ਰਹੂੰਗਾ, ਆਪਣੀ ਪੈਨਸ਼ਨ ਦਾ ਪੈਸਾ ਕੋਈ ਨਹੀਂ ਲਾਊਂਗਾ, ਉਹ ਵੀ ਆਪਣੇ ਪਰਿਵਾਰ ਨੂੰ ਕਹਿ ਕੇ ਤੁਸੀਂ ਲੱਭਦੇ ਤੁਸੀਂ ਹੀ ਸਾਰੇ ਜਿਹੜੇ ਆ ਰਲ ਮਿਲ ਕੇ ਖਰਚ ਕਰੋ। ਇਸ ਕਰਕੇ ਪਰ ਆਪਣੇ ਕਿਸੇ ਵੀ ਕਾਰਜ ਵਿੱਚ ਅਗਰ ਕੋਈ ਚੰਗੀ ਸਲਾਹ ਤਾਂ ਤੁਸੀਂ ਮੇਰੇ ਤੋਂ ਲੈ ਸਕਦੇ ਆ, ਪਰ ਮੈਂ ਆਪਣੇ ਹੁਣ ਪਰਿਵਾਰ ਦੇ ਝਮੇਲੇ 'ਚ ਨਹੀਂ ਪੈਣਾ, ਮੈਂ ਕੇਵਲ ਅਤੇ ਕੇਵਲ ਨਾਮ ਜਪਣਾ ਅਤੇ ਮਹਾਂਪੁਰਖਾਂ ਦੇ ਸਤਸੰਗ ਦੇ ਪ੍ਰਵਚਨ ਸੁਣਨੇ ਆ। ਦੇਖੋ ਉਸ ਤੋਂ ਬਾਅਦ ਦੱਸਦੇ ਆ ਕਿ ਉਹਨਾਂ ਸੱਜਣਾਂ ਨੇ ਇਸੇ ਤਰ੍ਹਾਂ ਹੀ ਨਾਮ ਜਪ ਕੇ ਮਹਾਂਪੁਰਖਾਂ ਦੀ ਸਤਸੰਗਤ ਕਰਕੇ ਆਪਣਾ ਜੀਵਨ ਪੂਰਾ ਗੁਜ਼ਾਰਿਆ, ਅਤੇ ਇਸ ਤਰ੍ਹਾਂ ਉਹਨਾਂ ਨੇ ਜਿਹੜੇ ਬਾਕੀ ਸਾਰੇ ਸਵਾਸੀ ਇਸ ਤਰ੍ਹਾਂ ਸਫਲ ਕੀਤੇ। ਅਖੀਰ ਸੰਸਾਰ ਤੋਂ ਜਾਣ ਲੱਗੇ ਉਹ ਜਿਹੜੇ ਮਹਾਤਮਾ ਸੀਗੇ, ਟੀਚਰ, ਉਹ ਬਹੁਤ ਹੀ ਜ਼ਿਆਦਾ ਨਾਮ ਦੀ ਰੰਗਣ ਦੇ ਵਿੱਚ ਆਪਣੇ ਜੀਵਨ ਨੂੰ ਰੰਗ ਕੇ ਆਪਣਾ ਲੋਕ ਅਤੇ ਪਰਲੋਕ ਸਵਾਰ ਕੇ ਚਲੇ ਗਏ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਸਾਨੂੰ ਜਿਹੜੇ ਸਵਾਸ ਵਾਹਨ, ਇਹ ਸਵਾਸ ਵਿਹਲੇ ਟੰਮੇ ਸਮੇਂ ਖਰਚ ਨਾ ਹੋਣ, ਜਾਂ ਕਿਸੇ ਹੋਰ ਕੰਮ ਧੰਦਿਆਂ ਦੇ ਵਿੱਚ ਇਹਨਾਂ ਸਵਾਸਾਂ ਦਾ ਦੁਰਉਪਯੋਗ ਨਾ ਹੋਵੇ, ਜਾਂ ਸੰਸਾਰੀ ਮੋਹ, ਪਰਿਵਾਰਕ ਮੋਹ ਦੇ ਵਿੱਚ ਅਸੀਂ ਫਸ ਕੇ ਰਹਿ ਜਾਈਏ। ਇਸ ਕਰਕੇ ਜਿਹੜੇ ਸਿਆਣੇ ਗੁਰਮੁਖ ਹੈਗੇ ਆ, ਉਹ ਆਪਣੇ ਜੀਵਨ ਨੂੰ ਅਗਰ ਇਸ ਢੰਗ ਦੇ ਨਾਲ ਜਿਉਣ ਅਤੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਕਮਲ ਦੇ ਫੁੱਲ ਵਾਂਗੂ ਅਤੇ ਮੁਰਗਾਬੀ ਵਾਂਗੂ ਆਪਣੇ ਜੀਵਨ ਨੂੰ ਨਿਰਲੇਪਤਾ ਵਿੱਚ ਰੱਖਦੇ ਹੋਏ ਸ਼ਿੰਗਾਰ ਕੇ, ਸਵਾਰ ਕੇ, ਉੱਚਾ ਕਰਕੇ ਇਸ ਸੰਸਾਰ ਤੋਂ ਸਹਿਜੇ ਹੀ ਸੁਰਖਰੂ ਹੋ ਕੇ ਜਾ ਸਕਦੇ ਆ। ਜਿਵੇਂ ਇੱਕ ਵਾਰ ਮਹਾਂਪੁਰਖ ਸੀਗੇ, ਇੱਕ ਸੱਜਣ ਇੰਗਲੈਂਡ 'ਚ ਰਹਿੰਦੇ ਸੀਗੇ, ਅਤੇ ਜਦ ਮਹਾਂਪੁਰਖਾਂ ਦੀ ਉਸ ਸੱਜਣ ਦੇ ਨਾਲ ਵਾਰਦਾਤ ਹੋਈ ਸੀ ਤਾਂ ਉਹ ਜਿਹੜੇ ਇੰਗਲੈਂਡ ਵਾਲੇ ਸੱਜਣ ਸੀ ਉਹ ਦੱਸਦੇ ਸੀਗੇ ਮਹਾਂਪੁਰਖਾਂ ਨੂੰ ਕਿ ਮੈਨੂੰ ਬਾਹਰ ਟਾਈਮ ਨਹੀਂ ਮਿਲਦਾ, ਮੇਰੀ ਜ਼ਿੰਦਗੀ ਇੰਨੀ ਫਾਸਟ ਹੈ, 24 ਘੰਟੇ ਅੱਠੇ ਪੈਰ ਕੰਮ ਦੇ ਰਜੇਵੇਂ ਆ, ਜਿਹੜੀ ਮੈਂ ਨੌਕਰੀ ਕਰਦਾ ਹੈਗਾ ਉਸ ਨੌਕਰੀ ਦੇ ਵਿੱਚ 1 ਮਿੰਟ ਦਾ ਵੀ ਵਿਹਲ ਨਹੀਂ ਹੈ। ਤਾਂ ਫਿਰ ਮਹਾਂਪੁਰਖਾਂ ਨੇ ਆਖਿਆ ਸੀ, ਕਹਿੰਦੇ ਦੇਖ ਭਾਈ, ਇਹ ਤਾਂ ਸਾਰੇ ਬਹਾਨੇ ਆ, ਅਗਰ ਕਿਸੇ ਨੇ ਵਿਹਲ ਕੱਢਣਾ ਹੋਵੇ ਤਾਂ ਭਾਈ ਉਹ ਤਾਂ ਹਰੇਕ ਕੰਮ ਦੇ ਵਿੱਚੋਂ ਟਾਈਮ ਕੱਢ ਸਕਦਾ, ਵਿਹਲ ਕੱਢ ਸਕਦਾ ਹੈਗਾ। ਉਹ ਸੱਜਣ ਕਹਿਣ ਲੱਗੇ ਕਿ ਕਿਵੇਂ ਕੱਢ ਸਕਦਾ ਹੈ? ਉਹ ਫਿਰ ਮਹਾਂਪੁਰਖ ਕਹਿਣ ਲੱਗੇ ਵੀ ਸਾਨੂੰ ਤੂੰ ਇਹ ਦੱਸ ਕਿ ਤੂੰ ਕੰਮ 'ਤੇ ਕਿੰਨੇ ਵਜੇ ਜਾਂਦਾ ਹੈ? ਫਿਰ ਉਹ ਸੱਜਣ ਨੇ ਕਿਹਾ ਕਿ ਮੈਂ ਸਵੇਰੇ ਇੰਨੇ ਵਜੇ ਪੂਰੇ ਕੰਮ 'ਤੇ ਪਹੁੰਚ ਜਾਂਦਾ। ਤਾਂ ਫਿਰ ਉਹ ਮਹਾਤਮਾ ਕਹਿਣ ਲੱਗੇ ਕਿ ਜਦੋਂ ਤੂੰ ਘਰੋਂ ਤੁਰਦਾ ਹੈਗਾ ਕੰਮ 'ਤੇ ਪਹੁੰਚਦੇ ਆ, ਜਦ ਤੂੰ ਸਫ਼ਰ ਕਰਦਾ ਹੈਗਾ ਉਹਦੇ ਵਿੱਚ ਤੇਰਾ ਕਿੰਨਾ ਟਾਈਮ ਲੱਗਦਾ ਹੈ? ਤਾਂ ਫਿਰ ਸੱਜਣ ਕਹਿਣ ਲੱਗੇ ਵੀ ਅੱਧਾ ਪੌਣਾ ਘੰਟਾ ਸਫ਼ਰ ਜਿਹੜਾ ਹੈ ਨਾ ਉਹ ਮੇਰਾ ਗੱਡੀ ਦੇ ਵਿੱਚ ਖਰਚ ਹੋ ਜਾਂਦਾ। ਤਾਂ ਮਹਾਂਪੁਰਖ ਕਹਿਣ ਲੱਗੇ ਬਸ ਫਿਰ ਠੀਕ ਹੈ, ਤੁਸੀਂ ਗੱਡੀ ਚਲਾਉਂਦੇ ਹੋਏ ਵੀ, ਗੱਡੀ ਦਾ ਸਫ਼ਰ ਕਰਦੇ ਹੋਏ ਵੀ ਨਾਮ ਜਪ ਸਕਦੇ ਆ, ਕੋਈ ਗੁਰਬਾਣੀ ਪੜ੍ਹ ਸਕਦੇ ਆ, ਗੁਰਬਾਣੀ ਸੁਣ ਸਕਦੇ ਆ। ਜਦ ਮਹਾਂਪੁਰਖਾਂ ਨੇ ਇਸ ਤਰ੍ਹਾਂ ਉਹਨੂੰ ਦੱਸਿਆ ਸੀਗਾ, ਉਹ ਸੱਜਣ ਫਿਰ ਚੁੱਪ ਕਰ ਗਏ ਸੀ। ਮਹਾਤਮਾ ਤਾਂ ਇੱਥੋਂ ਤੱਕ ਕਹਿ ਦਿੰਦੇ ਆ ਕਿ ਭਾਈ ਜਦੋਂ ਵੀ ਕਿਤੇ ਫੁਰਸਤ ਮਿਲੇ ਹੈ ਨਾ, ਖਾਸ ਕਰਕੇ ਸੰਸਾਰੀ ਕੰਮਾਂ ਧੰਦਿਆਂ ਤੋਂ ਆਪਣੀ ਸੁਰਤ ਨੂੰ ਇੱਕ ਪਾਸੇ ਲਿਜਾ ਕੇ ਕੇਵਲ ਅਤੇ ਕੇਵਲ ਨਾਮ, ਭਜਨ, ਸਿਮਰਨ, ਮਹਾਂਪੁਰਖਾਂ ਦੀ ਸੰਗਤ, ਵਿਚਾਰ ਸੁਣਨ ਦੇ ਨਾਲ ਜਿੱਥੇ ਬਹੁਤ ਭਾਰਾ ਲਾਭ ਹੁੰਦਾ, ਉੱਥੇ ਜ਼ਿੰਦਗੀ ਦੇ ਵਿੱਚ ਵੀ ਵੱਡੇ ਭਾਰੀ ਪਰਿਵਰਤਨ ਹੋ ਜਾਂਦੇ ਆ। ਆਦਮੀ ਨੂੰ ਆਪਣੀ ਅਸਲੀ ਜ਼ਿੰਦਗੀ ਦੀ ਸਮਝ ਆ ਜਾਂਦੀ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ, ਕੰਮ ਧੰਦਿਆਂ ਦੇ ਵਿੱਚ ਕਰਦੇ ਹੋਏ ਵੀ ਕੋਈ ਵੀ ਆਦਮੀ ਜਿਹੜਾ ਉਹ ਆਪਣੇ ਸਵਾਸਾਂ ਨੂੰ ਸਫਲ ਕਰ ਸਕਦਾ ਹੈ। ਦੇਖੋ, ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ 10 ਜਾਮੇ ਲੈ ਕੇ ਸੰਸਾਰ ਦੇ ਵਿੱਚ ਗ੍ਰਹਿਸਥ ਰਹਿੰਦਿਆਂ ਹੋਇਆਂ ਵੀ, ਸੰਸਾਰੀ ਕਾਰਜ ਕਰਦਿਆਂ ਹੋਇਆਂ ਕਿਵੇਂ ਨਾਮ ਦੇ ਵਿੱਚ ਰੰਗਣਾ ਹੈਗਾ, ਕਿਵੇਂ ਨਾਮ ਜਪਣਾ ਹੈਗਾ, ਇਹ ਸਾਰੀਆਂ ਵਿਧੀਆਂ ਸਮਝਾਈਆਂ ਹੈ। ਦੇਖੋ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੋਦੀਖਾਨਾ ਚਲਾਇਆ, ਮੋਦੀਖਾਨਾ ਚਲਾਉਂਦਿਆਂ ਵੀ ਉਹਨਾਂ ਨੇ ਕਿਵੇਂ ਨਾਮ ਜਪਿਆ ਅਤੇ ਸੰਸਾਰ ਨੂੰ ਸਿਖਾਲਿਆ ਹੈਗਾ। ਇਸ ਤਰ੍ਹਾਂ ਜਦ ਕਰਤਾਰਪੁਰ ਖੇਤੀਬਾੜੀ ਕੀਤੀ ਆ, ਇਹ ਖੇਤੀਬਾੜੀ ਕਰਦਿਆਂ ਵੀ ਉਹਨਾਂ ਨੇ ਇਹਨਾਂ ਕੰਮ ਧੰਦਿਆਂ ਦੇ ਵਿੱਚ ਰਹਿ ਕੇ ਸੰਸਾਰ ਨੂੰ ਇਹ ਦਿਖਾਇਆ ਕਿ ਤੁਸੀਂ ਕੰਮ ਧੰਦਾ ਕਰ ਸਕਦੇ ਹੋ, ਵਧੀਆ ਢੰਗ ਨਾਲ ਕਰ ਸਕਦੇ ਆ, ਪਰ ਇਹਨਾਂ ਕੰਮ ਧੰਦਿਆਂ ਦੇ ਵਿੱਚ ਵੀ ਆਪਣਾ ਜਿਹੜੀ ਸਵਾਸਾਂ ਰੂਪੀ ਪੂੰਜੀ ਆ ਉਸ ਦੀ ਸੰਭਾਲ ਕਰ ਸਕਦੇ। ਇਸੇ ਕਰਕੇ ਤਾਂ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ, ਕਿ ਹੱਥਾਂ ਪੈਰਾਂ ਦੇ ਨਾਲ ਸਾਰੇ ਕੰਮ ਕਰੋ ਅਤੇ ਚਿੱਤ ਜਿਹੜਾ ਹੈਗਾ ਉਹ ਨਾਮ ਭਜਨ ਸਿਮਰਨ ਦੇ ਵਿੱਚ ਲਾ ਕੇ ਆਪਣੇ ਜੀਵਨ ਨੂੰ ਸਫਲ ਬਣਾਓ। ਬਹੁਤ ਸਾਰੇ ਐਸੇ ਆਦਮੀ ਸੰਸਾਰੀ ਦੇਖਦੇ ਆ ਕਿ ਜਦੋਂ ਉਹ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਬੁਢਾਪੇ 'ਚ ਚਲੇ ਜਾਂਦੇ ਆ ਅਤੇ ਸਾਰਾ ਦਿਨ ਘਰਾਂ ਤੋਂ ਬਾਹਰ ਕੁਰਸੀਆਂ ਦੇ ਵਿੱਚ ਬੈਠ ਕੇ ਲੋਕਾਂ ਨੂੰ ਆਉਂਦਾ ਜਾਂਦਾ ਦੇਖਦੇ ਹੀ ਤੱਕਦੇ ਰਹਿੰਦੇ ਆ, ਅਤੇ ਬਸ ਉਹ ਇਸੇ ਹੀ ਤੱਕਣੀ ਦੇ ਵਿੱਚ ਆਪਣੀ ਜਿਹੜੇ ਸਵਾਸਾਂ ਰੂਪੀ ਪੂੰਜੀ ਆ ਨਾ ਉਹ ਸਾਰੀ ਵਿਅਰਥ ਗਵਾ ਦਿੰਦੇ ਆ, ਕਿਉਂਕਿ ਇਹ ਦੁਨੀਆ ਦੇ ਰੰਗ ਤਮਾਸ਼ੇ ਤਾਂ ਕਦੀ ਖਤਮ ਨਹੀਂ ਹੋਣੇ। ਪਰ ਜਿਹੜੇ ਇਹਨਾਂ ਰੰਗਾਂ ਤਮਾਸ਼ਿਆਂ ਤੋਂ ਆਪਣਾ ਮੂੰਹ ਮੋੜ ਲੈਂਦੇ ਹੈ, ਲੇਕਿਨ ਸੰਸਾਰ ਦੇ ਵਿੱਚ ਰਹਿੰਦੇ ਹੋਇਆਂ ਵੀ ਆਪਣੇ ਆਪ ਦੇ ਵਿੱਚ ਨਿਰਲੇਪ ਰਹਿੰਦੇ ਆ, ਉਹ
ਆਪਣੇ ਜੀਵਨ ਦੇ ਆਖਰੀ ਪਲਾਂ ਨੂੰ ਬੜੇ ਸੁੰਦਰ ਤਰੀਕੇ ਨਾਲ ਸੰਭਾਲ ਸਕਦੇ ਆ। ਸੋ ਇਹੋ ਜਿਹੇ ਜਿਹੜੇ ਪ੍ਰਾਣੀ ਆ ਉਹਨਾਂ ਨੂੰ ਚਾਹੀਦਾ ਹੈਗਾ ਕਿ ਇਹ ਜਿਹੜੇ ਸਵਾਸ ਵਾ ਤੁਹਾਨੂੰ ਇਹ ਦੁਬਾਰਾ ਨਹੀਂ ਮਿਲਣੇ। ਇਸ ਕਰਕੇ ਭਾਈ ਸਵਾਸਾਂ ਦੀ ਵੱਧ ਤੋਂ ਵੱਧ ਸੰਭਾਲ ਕਰੋ। ਵਿਹਲੇ ਕੁਰਸੀਆਂ 'ਤੇ ਬੈਠ ਕੇ ਜਾਂ ਸੱਥਾਂ ਵਿੱਚ ਬੈਠ ਕੇ ਜਾਂ ਰਾਜਨੀਤਿਕ ਪੋਲੀਟੀਕਲ ਗੱਲਾਂ ਕਰਕੇ ਜਾਂ ਲੋਕਾਂ ਦੀ ਨਿੰਦਿਆ ਚੁਗਲੀ ਕਰਕੇ ਆਪਣਾ ਜੀਵਨ ਬਰਬਾਦ ਨਾ ਕਰੋ। ਕਿਉਂ? ਸਾਨੂੰ ਇਹ ਜੀਵਨ ਇੱਕ ਵਾਰੀ ਮਿਲਿਆ ਹੈਗਾ ਅਤੇ ਇਹ ਜਿਹੜਾ ਜੀਵਨ ਮਿਲਿਆ ਹੈਗਾ ਬਹੁਤ ਬੜਮੁੱਲਾ ਜੀਵਨ ਹੈ। ਇਸ ਜੀਵਨ ਨੂੰ ਤਾਂ ਦੇਵੀ ਦੇਵਤੇ ਵੀ ਤਰਸਦੇ ਹੈਗੇ ਆ। ਇਸ ਕਰਕੇ ਭਾਈ ਇਸ ਜੀਵਨ ਦੀ ਸੰਭਾਲ ਕਰੋ। ਅਗਰ ਅਸੀਂ ਸੰਭਾਲ ਨਹੀਂ ਕਰਾਂਗੇ ਫਿਰ ਸਾਨੂੰ ਪਛਤਾਵਾ ਹੋਊਗਾ। ਇਸੇ ਕਰਕੇ ਤਾਂ ਸਾਨੂੰ ਗੁਰਬਾਣੀ ਨੇ ਆਖਿਆ ਹੈਗਾ ਕਿ ਮਾਰਗ ਮੋਤੀ ਬੀਥਰੇ ਅੰਧਾ ਨਿਕਸੋ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਅਲੰਗੇ ਜਾਏ। ਵੀ ਦੇਖੋ ਗਿਆਨ ਤੋਂ ਬਿਨਾਂ ਸਾਰਾ ਸੰਸਾਰ ਜਿਹੜਾ ਹੈ ਨਾ ਸਵਾਸਾਂ ਰੂਪੀ ਪੂੰਜੀ ਨੂੰ ਦਲਦਾ ਹੋਇਆ ਆਪਣੇ ਜੀਵਨ ਮਨੋਰਥ ਦੇ ਵਿੱਚ ਅਸਫਲ ਹੋ ਜਾਂਦਾ ਹੈਗਾ। ਇਹ ਜੀਵਨ ਦੀ ਬਾਜੀ ਹਾਰ ਜਾਂਦਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਕਿ ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਨੇ ਤਾਂ ਆਪਣੀ ਬਾਜੀ ਉਹ ਹਾਰ ਜਾਂਦਾ ਹੈਗਾ। ਇਸ ਕਰਕੇ ਭਾਈ ਮਹਾਂਪੁਰਖ ਦੱਸਦੇ ਆ ਕਿ ਜ਼ਰੂਰੀ ਆ ਕਿ ਜਿਹੜੇ ਗੁਰਮੁਖ ਪਿਆਰੇ ਜਿਵੇਂ ਦਮ ਦਮ ਪਰਮੇਸ਼ਰ ਉਹਨਾਂ ਨੂੰ ਸੰਭਾਲਦਾ ਹੈਗਾ ਅਤੇ ਸਾਨੂੰ ਵੀ ਇੱਕ ਇੱਕ ਸਾਹ ਦੇ ਨਾਲ ਪਰਮੇਸ਼ਰ ਨੂੰ ਸੰਭਾਲਣਾ ਚਾਹੀਦਾ ਹੈਗਾ। ਇਹ ਜਿਹੜਾ ਨਾਮ ਧਨ ਹੈ, ਇਹ ਨਾਮ ਧਨ ਸਾਡੇ ਪਾਸ ਫਿਰ ਇੰਨਾ ਜਮ੍ਹਾਂ ਹੋ ਜਾਂਦਾ ਕਿ ਜਿਹਨੂੰ ਜਮ ਖੋਹ ਨਹੀਂ ਸਕਦੇ, ਚੋਰ ਲਟਾ ਨਹੀਂ ਸਕਦੇ, ਅੱਗ ਸਾੜ ਨਹੀਂ ਸਕਦੇ, ਪਾਣੀ ਡੁਬੋ ਨਹੀਂ ਸਕਦਾ। ਇਹ ਨਾਮ ਧਨ ਦੀ ਮਹਿਮਾ ਇੰਨੀ ਅਪਰੰਪਾਰ ਹੈ। ਪਰ ਇਹ ਭੇਦ ਸਰੀਰ ਛੱਡਣ ਤੋਂ ਬਾਅਦ ਹੀ ਖੋਲ੍ਹਦੇ ਆ। ਇਸ ਕਰਕੇ ਭਾਈ ਜ਼ਰੂਰੀ ਹੈ ਕਿ ਜਿਹੜਾ ਇਹ ਮਨੁੱਖਾ ਜਨਮ ਮਿਲਿਆ ਹੈਗਾ ਜਿੰਨੀ ਇਹਦੀ ਸੰਭਾਲ ਕਰ ਲਈਏ ਓਨਾ ਹੀ ਸਾਡੇ ਵਾਸਤੇ ਬਹੁਤ ਵਧੀਆ ਗੱਲ ਹੈ। ਕਿਉਂਕਿ ਇਹ ਉੱਤਮ ਸਮਾਂ ਹੈ, ਉੱਤਮ ਬੱਤ ਹੈ, ਮਨੁੱਖਾ ਦੇਹੀ ਦੀ ਬੱਤ ਉੱਤਮ ਹੈ। ਇਹਦੇ ਵਿੱਚ ਨਾਮ ਦਾ ਬੀਜ ਬੀਜ ਕੇ, ਨਾਮ ਜਪ ਕੇ ਅਤੇ ਇਹ ਨਾਮ ਇਕੱਠਾ ਕਰਕੇ ਅਸੀਂ ਇਸ ਸੰਸਾਰ ਤੋਂ ਸਿਖਾਲੇ ਜਾ ਸਕਦੇ ਹਾਂ। ਸਾਡੀ ਕਿਤੇ ਨਾ ਕਿਤੇ ਢੋਈ ਹੋ ਸਕਦੀ ਆ। ਇਸ ਕਰਕੇ ਭਾਈ ਸਾਨੂੰ ਸਵਾਸਾਂ ਦੀ ਸੰਭਾਲ ਕਰਨੀ ਪੈਂਦੀ ਆ। ਦਮ ਬਿਰਥਾ ਨਾ ਜਾਵੇ, ਇਹ ਅਣਮੁੱਲੇ ਦਮ ਆ। ਸੰਸਾਰ ਦੇ ਵਿੱਚ ਆ ਕੇ ਸਾਨੂੰ ਇਹਨਾਂ ਸਵਾਸਾਂ ਰੂਪੀ ਪੂੰਜੀ ਨੂੰ ਸੰਭਾਲ ਕੇ ਆਪਣਾ ਲੋਕ ਅਤੇ ਪ੍ਰਲੋਕ ਸੁਹੇਲਾ ਬਣਾਉਣਾ ਚਾਹੀਦਾ ਹੈ। ਸੋ ਦੱਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚ ਕੋ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।